केंद्र सरकार द्वारा ई फार्मेसी कंपनियों के कारोबार पर रोक लगाने के बाद भी जिले में ई फार्मेसी की दवाइयां डिलीवर हो रही हैं, जिसके चलते डिस्ट्रिक्ट पठानकोट केमिस्ट एसोसिएशन की ओर से पठानकोट ड्रग इंस्पेक्टर को मेमोरेंडम सौंपा गया। जानकारी देते हुए एसोसिएशन के अधिकारियों ने बताया कि ई फार्मेसी से बिना किसी रोक के ड्रग एडिक्ट घर बैठकर दवाइयां मंगाकर नशे के शिकार हो रहे हैं, जिसके चलते उन्होंने ड्रग इंस्पेक्टर को मेमोरेंडम सौंपा है ताकि ई फार्मेसी कंपनियों पर रोकथाम लगाई जा सके। ਅਸੀਂ ਪਠਾਨਕੋਟ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਦੇ ਅੰਦਰ ਜਿਹਦੇ ਕਿ 550 ਰਿਟੇਲ ਔਰ ਹੋਲਸੇਲ ਕੈਮਿਸਟ ਮੈਂਬਰ ਨੇ ਔਰ ਜਿਹੜੀ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਨਾਲ ਜੁੜੀ ਹੋਈ ਇੱਕ ਸੰਸਥਾ ਹੈ ਜਿਹਦਾ ਕਿ ਪੰਜਾਬ ਦੇ ਅੰਦਰ 27000 ਔਰ ਨੈਸ਼ਨਲ ਲੈਵਲ ਤੇ ਏਆਈਸੀਡੀ ਦਾ 9 ਲੱਖ ਜਿਹੜਾ ਮੈਂਬਰ ਹੈ ਹਿੰਦੁਸਤਾਨ ਦੇ ਅੰਦਰ ਕੈਮਿਸਟ ਰਿਟੇਲ ਔਰ ਹੋਲਸੇਲ ਡਿਸਟ੍ਰੀਬਿਊਟਰ ਦੇ ਰੂਪ 'ਚ ਕੰਮ ਕਰ ਰਿਹਾ। ਜਿਸ ਤਰ੍ਹਾਂ ਕਿ ਆਪ ਸਭ ਲੋਕਾਂ ਨੂੰ ਪਤਾ ਹੈ ਵੀ ਕੁਝ ਕੰਪਨੀਆਂ ਜਿਹੜੀਆਂ ਵਾ ਈ ਫਾਰਮੇਸੀ ਆਨਲਾਈਨ ਪਲੇਟਫਾਰਮ ਦੇ ਰਾਹੀਂ ਹਿੰਦੁਸਤਾਨ ਦੇ ਅੰਦਰ ਦਵਾਈਆਂ ਦੀ ਕੋਈ ਸੇਲ ਜਿਹੜੀ ਸੀ ਕਰ ਰਹੀਆਂ ਸੀਗੀਆਂ। ਇਹਨਾਂ ਪਲੇਟਫਾਰਮ ਦੇ ਨਾਂ NRX ਜਿਹੜੀਆਂ ਕਿ ਕੁਝ ਦਵਾਈਆਂ ਕੰਟਰਾਬੈਂਡ ਨੇ ਪੰਜਾਬ ਦੇ ਅੰਦਰ ਵੀ ਹੈਬਿਟ ਫਾਰਮ ਡਰੱਗਸ ਜਿਹੜੀਆਂ ਨੇ ਕੈਸ਼ ਔਨ ਡਿਲੀਵਰੀ ਇਹਨਾਂ ਐਡਿਕਟ ਦੇ ਘਰਾਂ ਤੱਕ ਪਹੁੰਚ ਰਹੀਆਂ ਨੇ। ਇਹਨਾਂ ਉੱਪਰ ਕੋਈ ਰੋਕ ਨਹੀਂ ਸੀ ਲੱਗ ਰਹੀ। ਹਿੰਦੁਸਤਾਨ ਦੀ ਵੇਰੀਅਸ ਕੋਰਟਸ ਚੇਨਈ, ਦਿੱਲੀ, ਬੰਬੇ ਔਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਦਰ ਵੀ ਇਹਨਾਂ ਕੰਪਨੀਆਂ ਨੂੰ ਇਹਨਾਂ ਕੰਮ ਕਰਨ ਦੇ ਉੱਪਰ ਰੋਕ ਲਗਾਈ ਗਈ ਸੀ, ਪਰ ਇਹ ਕੰਪਨੀਆਂ ਜਿਹੜੀਆਂ ਸੀਗੀਆਂ ਫਿਰ ਵੀ ਇਹਨਾਂ ਆਰਡਰਾਂ ਨੂੰ ਨਾ ਮੱਦੇ ਨੇ ਰੱਖਦੇ ਹੋਏ ਵੀ ਦਵਾਈਆਂ ਦੀ ਆਨਲਾਈਨ ਵਿਕਰੀ ਜਿਹੜੀਆਂ ਸੀਗੀਆਂ ਕਰ ਰਹੀਆਂ ਸੀਗੀਆਂ। ਪਿਛਲੇ ਕੁਝ ਦਿਨਾਂ ਪਹਿਲਾਂ ਅਸੀਂ ਹਿੰਦੁਸਤਾਨ ਦੇ ਅੰਦਰ 15 ਫਰਵਰੀ ਨੂੰ ਇੱਕ ਹੱਲਾ ਬੋਲ ਅੰਦੋਲਨ ਦਾ ਜਿਹੜਾ ਸੀਗਾ ਐਲਾਨ ਕੀਤਾ ਵੀ ਹਿੰਦੁਸਤਾਨ ਦੇ ਸਮੂਹਿਕ ਕੈਮਿਸਟ ਜਿਹੜੇ ਆ ਇਸ ਨਾਲ ਆਪਣੇ ਜ਼ਿਲ੍ਹੇ ਹੈੱਡਕੁਆਟਰ ਦੇ ਤਹਿਸੀਲ ਹੈੱਡਕੁਆਟਰ ਦੇ ਹਿੰਦੁਸਤਾਨ ਦੇ ਸੰਪੂਰਨ ਅੰਦਰ ਇੱਕ ਜਿਹੜਾ ਵਾ ਪ੍ਰਦਰਸ਼ਨ ਇਹਦੇ ਖਿਲਾਫ ਕਰਨਗੇ। ਉਸ ਪ੍ਰਦਰਸ਼ਨ ਤੋਂ ਜਦੋਂ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਦਾ ਪ੍ਰਾਈਮ ਜਿਹੜਾ ਨੋਟਿਸ ਵੀ ਦਿੱਤਾ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਸਾਡੀ ਨੋਟਿਸ ਨੂੰ ਸੰਗਿਆਨ ਲੈਂਦੇ ਹੋਏ ਜਿਹੜੇ ਸਾਡੇ ਮੰਤਰੀ ਨੇ ਮਨਸੁਖ ਮਾਂਡਵੀਆ ਜੀ, ਉਹਨਾਂ ਨੇ ਸਾਡੀ ਐਸੋਸੀਏਸ਼ਨ ਦੇ ਆਲ ਇੰਡੀਆ ਦੇ ਅਧਿਕਸ਼ ਔਰ ਉਹਨਾਂ ਦੇ ਨਾਲ ਟੀਮ ਨੂੰ ਜਿਹੜਾ ਵਾ ਦਿੱਲੀ ਵਿੱਚ ਇੱਕ ਮੁਲਾਕਾਤ ਲਈ ਬੁਲਾਇਆ ਔਰ ਉਹਨਾਂ ਨੇ ਸਾਡੀ ਜਿਹੜੀ ਸੀਗੀ ਮੰਗਾਂ ਨੂੰ, ਜਿਹੜੀ ਸਾਡੀ ਇਸ਼ੂ ਸੀਗੇ ਉਹਨਾਂ ਨੂੰ ਸੁਣਿਆ। ਨਾਲ ਉਹਨਾਂ ਦੇ ਜਿਹੜਾ ਸੀਗਾ ਜੋ ਕੰਸਰਨ ਡਿਪਾਰਟਮੈਂਟ ਸੀਗੇ ਉਹ ਵੀ ਉਹਨਾਂ ਦਾ ਉਸ ਮੀਟਿੰਗ ਦੇ ਦੌਰਾਨ ਮੌਜੂਦ ਸੀਗੇ ਔਰ ਉਹਨਾਂ ਨੇ ਸਾਨੂੰ ਆਹਵਾਨ ਕੀਤਾ ਵੀ ਤੁਸੀਂ ਜਿਹੜੀ ਹੈ ਆਪਣੇ ਜਿਹੜੀ ਹੈ ਹੱਲਾ ਬੋਲ ਰੈਲੀ ਨੂੰ ਸਥਗਿਤ ਕਰੋ ਵੀ ਅਸੀਂ ਇਹਨਾਂ ਕੰਪਨੀਆਂ ਦੇ ਉੱਪਰ ਤੁਰੰਤ ਜਿਹੜੀ ਹੈ ਕਾਰਵਾਈ ਕਰਦੇ ਹਾਂ। ਉਸੇ ਸੰਦਰਭ ਦੇ ਅੰਦਰ ਡਰੱਗ ਕੰਟਰੋਲਰ ਆਫ ਇੰਡੀਆ ਨੇ ਇਮੀਡੀਏਟਲੀ ਇੱਕ ਆਰਡਰ ਇਸ਼ੂ ਕੀਤਾ ਹਿੰਦੁਸਤਾਨ ਦੇ ਸਮੂਹਿਕ ਜਿਹੜੇ ਡਰੱਗ ਕੰਟਰੋਲਰ ਨੇ, ਅਲੱਗ-ਅਲੱਗ FDA ਦੇ ਕਮਿਸ਼ਨਰ ਨੇ, ਵੀ ਇਹਨਾਂ ਕੰਪਨੀਆਂ ਦੇ ਉੱਪਰ ਕਾਰਵਾਈ ਕੀਤੀ ਜਾਵੇ। ਉਹਦੇ ਨਾਲ ਉਹਨਾਂ ਨੇ ਇਹਨਾਂ ਸਾਰੀਆਂ ਈ ਫਾਰਮੇਸੀ ਕੰਪਨੀ ਨੂੰ ਸ਼ੋਕਾਸ ਨੋਟਿਸ ਜਿਹੜੇ ਆ ਉਹ ਵੀ ਜਾਰੀ ਹੋਏ। ਤੁਸੀਂ ਮੀਡੀਆ ਦੇ ਰਾਹੀਂ ਵੱਖ-ਵੱਖ ਜਿਹੜੇ ਗਵਰਨਮੈਂਟ ਦੇ ਉਦਾਰੇ ਨੇ ਜਿਹੜੇ ਪੱਤਰ ਸੀਗੇ, ਜੋ ਸਰਕੂਲਰ ਸੀਗੇ, ਉਹ ਮੈਂ ਤੁਹਾਨੂੰ ਭੇਜ ਰਿਹਾ ਵਾ ਸਾਰੇ ਆਪਦੇ ਦੁਆਰਾ ਮੀਡੀਆ ਤੋਂ ਹੀ ਇਹਨਾਂ ਨੂੰ ਸੁਚੇਤ ਕੀਤਾ ਗਿਆ। ਪਰ ਇਹ ਕੰਪਨੀਆਂ ਜਿਹੜੀਆਂ ਨੇ ਕਿਸੇ ਨਾ ਕਿਸੇ ਆੜ ਦੇ ਅੰਦਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਵਾ ਇਹਨਾਂ ਦਵਾਈਆਂ ਦੀ ਸਪਲਾਈ ਕਰ ਰਹੀਆਂ ਨੇ। ਅਸੀਂ ਅੱਜ ਇਸੇ ਸੰਦਰਭ ਦੇ ਅੰਦਰ ਪਠਾਨਕੋਟ ਦੇ ਡਿਸਟ੍ਰਿਕਟ ਡਰੱਗ ਕੰਟਰੋਲਰ ਅਫਸਰ ਗੁਰਦੀਪ ਸਿੰਘ ਗਿੱਲ ਜੀ ਦੇ ਮਾਧਿਅਮ ਰਾਹੀਂ ਪੰਜਾਬ ਦੇ ਕਮਿਸ਼ਨਰ FDA ਨੂੰ ਇੱਕ ਮੈਮੋਰੰਡਮ ਜਿਹੜਾ ਵਾ ਵਿਦ ਰੈਫਰੈਂਸ ਜਿਹੜੇ ਅਲੱਗ-ਅਲੱਗ ਸਰਕੂਲਰ ਜਿਹੜੇ ਨੇ ਉਹ ਅਟੈਚ ਕਰਕੇ ਦਿੱਤਾ ਤਾਂ ਕਿ ਜੋ ਪੰਜਾਬ ਦੇ ਅੰਦਰ ਜਿਹੜੀਆਂ ਜੇ ਕੰਪਨੀਆਂ ਇਸ ਤਰ੍ਹਾਂ ਦੀ ਦਵਾਈਆਂ ਦੀ ਆਨਲਾइन ई प्लेटफॉर्म तो ऊपर बिक्री कर रही ने तो ऊपर उन्होंने ऊपर जो सेंटर दे जो आज पठानकोट डिस्ट्रिक्ट केमिस्ट एसोसिएशन की तरफ से ड्रग इंस्पेक्टर श्री गुरजीत सिंह जी के साथ मुलाकात की गई है। इस मुलाकात में उद्देश्य ये था कि ड्रग कंट्रोलर ऑफ इंडिया ने एक फरमान जारी किया था अगेंस्ट ई फार्मेसी, ये जो दवाइयाँ ऑनलाइन डिलीवर होती हैं। दवाइयों का बिजनेस एक ड्रग कंट्रोल्ड बिजनेस है, लाइसेंस कंट्रोल्ड बिजनेस है। इस बिजनेस के तहत बहुत सारे कानून बने हुए हैं, लेकिन ये जो नई ई फार्मेसीज आई है ये किसी भी कानून के अंदर नहीं आ रही हैं और ये इलीगल तरीके से दवाइयों की सप्लाई कर रही हैं। तो इसे देखते हुए ड्रग कंट्रोलर ऑफ इंडिया ने एक फरमान जारी किया है कि इनके अगेंस्ट एक्शन लिया जाए। तो आज हम सब इकट्ठे होकर ड्रग इंस्पेक्टर साहब के माध्यम से FDA कमिश्नर जी को ये मेमोरेंडम दे रहे हैं कि वो अपने लोकल लेवल पर भी इन एक्टिविटीज़ को चेक करें ताकि ये ई फार्मेसीज इलीगल एक्टिविटीज़ ना करें। थैंक यू। संदीपनी गुरुकुल एकदम वैसा ही स्कूल जैसा हमें चाहिए था। ऐसा स्कूल जिसने वैदिक भारत की गुरुकुल शिक्षा पद्धति पर शोध किया और अपने आप को वैसा ही बनाया। एकदम वैसा ही गुरुकुल जैसा वैदिक काल में होता था, जहाँ राजकुमार राजकुमारियाँ व ब्रह्म स्वरूप ईश्वरीय शक्तियाँ शिक्षा प्राप्त कर अपने राज्य के उत्कृष्ट सम्राट बनते थे। भारत एक विश्व गुरु था। 530 ईसा पूर्व तक दुनिया की आधी से ज्यादा संपत्ति भारत के पास थी।
और फिर शुरू हुआ भारत पर आक्रमण का सिलसिला और मेरा भारत लुटता रहा। कभी धन संपदा से तो कभी ज्ञान संपदा से। हमारे गुरुकुल इतने महान थे कि इनमें दुनिया को बदल दे ऐसा ज्ञान दिया जाता था। 18 अलग अलग विषयों में शिक्षा दी जाती थी। 1858 में ब्रिटिश सरकार एक एजुकेशन एक्ट लाई। लॉर्ड मैकॉले ने तब सबसे पहले एक सर्वे करवाया। सर्वे में यह पाया गया कि भारत का लिटरेसी रेट 97% है। यह जानकर उनको बहुत हैरानी हुई और उन्होंने सभी गुरुकुलों में आग लगा दी और सभी गुरुओं को मारा गया और फिर आगमन हुआ कॉन्वेंट सिस्टम का। आओ भारत को जागृत करें, ऋषि मुनियों के ज्ञान को बचाना है और अपनी आने वाली पीढ़ी तक पहुंचाना है। एक दूसरे का साथ दे और आधुनिक युग के भारत को विश्व गुरु बनाने वाली गुरुकुल शिक्षा को उजागर करें। बच्चों में कोडिंग, आर्टिफिशियल इंटेलिजेंस, एप्लीकेशन डेवलपमेंट, एथिकल हैकिंग, पब्लिक स्पीकिंग के साथ साथ ब्रह्मचर्य, मंत्रोच्चारण, निर्भय तथा सत्य जैसे दैवीय गुणों के संगम से प्रत्येक विद्यार्थी को महानता की ओर ले चले।